ਤਾਂ ਅੱਜ ਆਪਾਂ ਉਸ ਤੋਂ ਅੱਗੇ ਕੁਐਸਚਨ ਕਰ ਰਹੇ ਹਾਂ ਜਿਹੜੇ ਆਪਾਂ ਕੱਲ ਛੱਡੇ ਸੀਗੇ। ਉਹਦੇ ਵਿੱਚ ਸੈਕਿੰਡ ਆਪਣਾ ਚੈਪਟਰ ਚੱਲ ਰਿਹਾ ਹੈ। ਤਾਂ ਇਹਦੇ ਵਿੱਚ ਆਪਾਂ ਕਰ ਰਹੇ ਹਾਂ ਤਾਂ ਅੱਜ ਆਪਾਂ ਇੱਥੇ ਕੁਐਸਚਨ ਕਰਾਂਗੇ। ਕੱਲ ਆਪਾਂ ਖਤਮ ਕੀਤਾ ਸੀਗਾ 14th ਪ੍ਰਸ਼ਨ। 14 ਤੋਂ ਅੱਗੇ ਅੱਜ ਆਪਾਂ ਇਹਦੇ ਵਿੱਚ ਸ਼ੁਰੂ ਕਰਾਂਗੇ 16th क्वेश्चन। तो 16th क्वेश्चन है अपने कोले, नवजात शिशु तथा पालनकर्ता के बीच होने वाली अंत क्रियाओं की चर्चा कीजिए। ठीक है, अंत क्रियाओं का मतलब होता है इंट्रैक्शंस। जिथे कोई दिक्कत आ रही हो तुसी नाल नोट करते जाओ। इंट्रैक्शन ਤਾਂ ਇਸਦਾ ਮਤਲਬ ਕੀ ਹੈ? ਪ੍ਰਸ਼ਨ ਆਪਣੇ ਕੋਲ ਕੀ ਬਣਿਆ ਕਿ ਆਪਾਂ ਉਹਨਾਂ ਇੰਟਰੈਕਸ਼ਨਸ ਦੇ ਬਾਰੇ ਗੱਲ ਕਰਨੀ ਹੈ ਜਿਹੜੀਆਂ ਨਵਜਾਤ शिशु ਕੀ ਹੁੰਦਾ? ठीक है, रिकॉल करो सारा। नवजात शिशु ਤੋਂ ਲੈ ਕੇ ਇੱਥੇ 1 ਮਹੀਨੇ ਦੇ ਬੱਚੇ ਵਾਸਤੇ ਕੌਣ ਹੋ ਸਕਦਾ? ਉਹਦੇ ਮੁੱਖ ਤੌਰ ਤੇ ਉਹਦੀ ਮਾਤਾ ਹੋ ਸਕਦੇ ਨੇ। ਠੀਕ ਹੈ ਜੀ। ਕੇਅਰ ਗਿਵਰ ਔਰ ਉਸਦੇ ਜਿਹੜਾ ਬੱਚਾ ਹੈ ਉਹਨਾਂ ਦੋਨਾਂ ਦੇ ਵਿੱਚ ਕੀ ਆਪਸ ਵਿੱਚ ਇੰਟਰੈਕਸ਼ਨਸ ਕੀ ਹੁੰਦੀਆਂ ਨੇ, ਉਹਨਾਂ ਬਾਰੇ ਆਪਾਂ ਗੱਲ ਕਰਨੀ ਹੈ। ਹੋਰ ਪ੍ਰਸ਼ਨ ਇੱਥੇ ਕਿਸ ਤਰ੍ਹਾਂ ਬਣ ਸਕਦਾ ਹੈ? उन 5 व्यवहारों को सूचीबद्ध कीजिए जो पालनकर्ता और शिशु के बीच में हो सकते हैं। 5 व्यवहार, ठीक है, 5 बिहेवियर्स ਆਪਾਂ ਇੱਥੇ ਲਿਸਟਡ ਕਰਨੇ ਨੇ ਜਿਹੜੇ ਉਹਨੂੰ ਕਾਹਦੇ ਵਿੱਚ ਮਦਦ ਕਰਦੇ ਨੇ? समाजिक अंत्यक्रिया को बनाए रखने में मदद करेंगे। समाजिक अंत्यक्रिया के मतलब सोशल इंटरैक्शन ਬਣਾਉਣ ਦੇ ਵਿੱਚ ਜਿਹੜੇ ਕੱਲ ਨੂੰ ਉਹਦੇ ਮਦਦਗਾਰ ਹੋਣਗੇ ਉਹਨਾਂ ਬਿਹੇਵੀਅਰਸ ਦੀ ਆਪਾਂ ਇੱਥੇ ਗੱਲ ਕਰਨੀ ਤੇ ਇੱਥੇ ਬਿਹੇਵੀਅਰਸ ਕੀ ਹੋ ਸਕਦੇ ਨੇ ਵੀ ਜਦੋਂ ਬੱਚਾ 1 ਮਹੀਨੇ ਦਾ ਤੇ ਉਹਦੇ ਲਈ ਸਭ ਤੋਂ ਪਹਿਲਾ ਬਿਹੇਵੀਅਰ ਜਾਂ ਸਭ ਤੋਂ ਪਹਿਲਾ ਵਿਵਹਾਰ ਕਿਹਦੇ ਨਾਲ ਹੁੰਦਾ ਹੈ? ਉਸਦੀ ਮਾਤਾ ਨਾਲ ਹੁੰਦਾ ਹੈ। ਪਹਿਲਾ ਆਪਣੇ ਕੋਲੇ ਪੁਆਇੰਟ ਆ ਜਾਏਗਾ ਪਾਲਨਕਰਤਾओं का व्यवहार। ਜਿਹੜੇ ਉਹਦੇ ਮਾਂ-ਬਾਪ ਨੇ, ਜਿਹੜੇ ਉਹਦੇ ਪਾਲਣਕਰਤਾ ਨੇ, ਜੋ ਉਹਦੇ ਨਾਲ ਰਹਿੰਦੇ ਨੇ, ਉਹਨਾਂ ਦਾ ਬੱਚੇ ਦੇ ਪ੍ਰਤੀ ਕੀ ਵਿਵਹਾਰ ਹੈਗਾ? ਉਹ ਬੱਚੇ ਦੇ ਆਉਣ ਵਾਲੇ ਜਿਹੜਾ ਸਮਾਜਿਕ ਇੰਟਰੈਕਸ਼ਨ ਹੋਣੀ ਹੈ ਬੱਚੇ ਦੇ ਨਾਲ, ਉਹਦੇ ਤੇ ਪ੍ਰਭਾਵ ਪਾਉਂਦਾ ਹੈ। अधिकतर पालनकर्ता शिशुओं के व्यवहार के लिए विशेष प्रकार की अंतक्रिया का प्रयोग करते हैं। ये व्यवहार अधिकतर हाँ जी। तो पहला अपने को आ जाएगा इत्थे शारीरिक स्पर्श। देखो माता पिता बच्चे को किस तरह अपने नाल आकर्षित करते हैं। हेलो, हुण ठीक है जी? जी सर, ओके। हाँ जी। शारीरिक स्पर्श जो पहला अपने को आ जाता कि बच्चे नूं उहदे माँ बाप किस तरह आकर्षित करते हैं। सब तो पहला आ जाता शरीरक स्पर्श। शरीरक स्पर्श के विच की आ जाता कि पालनकर्ता और शिशु के बीच भावात्मक संबंध अर्थात लगाव विकसित करने में शारीरिक स्पर्श निर्णायक भूमिका निभाता है। मतलब की है कि जो बच्चे आपां चकते हैं, जो बच्चे उहदे माता पिता हथ लगाउंदे ने, टच करते हैं, उहदे नाल उहदे हाथ नूं पकड़ते हैं, उहदे सिर नूं सहलाउंदे ने, तां इह जिहड़े स्पर्श हैगे आ उहनूं भावात्मक लगाव दिंदे आ। ठीक है, भावात्मक लगाव दा मतलब ਜਿਹੜੀ ਇੰਟੀਮੇਸੀ ਪੈਦਾ ਹੁੰਦੀ ਹੈ ਬੱਚੇ ਦੀ ਮਾਤਾ ਪਿਤਾ ਦੇ ਨਾਲ, ਉਹਨੂੰ ਪ੍ਰਭਾਵਿਤ ਕਰਦੇ ਨੇ ਤਾਂ ਕਿ ਉਹ ਉਸ ਤੋਂ ਬਾਅਦ ਕੀ ਪੈਦਾ ਹੁੰਦਾ? ਬੱਚੇ ਦੇ ਸਨੇਹ ਪੈਦਾ ਹੁੰਦਾ, ਉਹਨੂੰ ਉਹਦੇ ਨਾਲ ਜਦੋਂ ਆਪਾਂ ਲਾਡ ਪਿਆਰ ਕਰਦੇ ਹਾਂ, ਉਠਾਉਂਦੇ ਹਾਂ, ਉਹਨੂੰ ਚੱਕਦੇ ਹਾਂ,
ਤਾਂ ਇਹਦੇ ਨਾਲ ਬੱਚੇ ਦੇ ਮਨ ਦੇ ਉੱਤੇ ਜਾਂ ਬੱਚੇ ਦੇ ਜਿਹੜੇ ਹਾਵ ਭਾਵ ਨੇ ਉਹ ਮਾਤਾ ਦੇ ਸਪਰਸ਼ ਤੋਂ ਜਾਂ ਪਿਤਾ ਦੇ ਸਪਰਸ਼ ਤੋਂ ਇੱਕ ਸਰੀਰਕ ਸੰਪਰਕ ਜਿਹੜਾ ਹੈਗਾ, ਸਰੀਰਕ ਸੰਪਰਸ਼ ਜਿਹੜਾ ਹੈਗਾ ਉਹ ਬੱਚੇ ਵਾਸਤੇ ਪਾਲਣਕਰਤਾ ਦੇ ਵਿਵਹਾਰ ਨੂੰ ਪ੍ਰਗਟ ਕਰਦਾ। ਮੰਨ ਲਓ ਅਸੀਂ ਉਹਦੇ ਨਾਲ ਖੇਡਦੇ ਹਾਂ ਤਾਂ ਬੱਚਾ ਵੀ ਉਸ ਚੀਜ਼ ਦੇ ਉਸ ਨਾਲ ਖੇਡ ਕੇ ਪ੍ਰਸੰਨ ਹੁੰਦਾ ਹੈ। ਠੀਕ ਹੈ, ਉਹਨੂੰ ਸੁਰੱਖਿਆ ਦਾ ਆਭਾਸ ਹੁੰਦਾ ਹੈ, ਸੁਰੱਖਿਆ ਮਹਿਸੂਸ ਕਰਦਾ ਬੱਚਾ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ, ਸੇਫ ਸਿਕਿਉਰ ਮਹਿਸੂਸ ਕਰਦਾ ਹੈ ਬੱਚਾ। ਸੈਕੰਡ ਹੈ ਭਾਸ਼ਾ। ਦੇਖੋ ਅਗਰ ਅਸੀਂ ਬੱਚੇ ਦੇ ਕੋਲੇ ਖੇਡ ਰਹੇ ਹਾਂ ਪਰ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ, ਭਾਵੇਂ ਉਹ ਨਹੀਂ ਬੋਲ ਪਾ ਰਿਹਾ, ਪਰ ਸਾਨੂੰ ਪਤਾ ਕਿ ਅਸੀਂ ਉਹਨਾਂ ਜਦੋਂ ਗੱਲਾਂ ਕਰਦੇ ਹਾਂ, ਜਿਵੇਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ, ਬੈਠੇ ਉਹਨਾਂ ਕੋਲੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ ਸੀਗੇ, ਤਾਂ ਉਹ ਬਹੁਤ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਬੱਚਾ ਜਿਹੜਾ ਭਾਸ਼ਾ ਜਿਹੜੀ ਹੈ ਬੱਚੇ ਦੀ ਅਨੁਕਰਨ ਤੋਂ ਸਿੱਖੀ ਜਾਣੀ ਹੈ, ਨਕਲ ਤੋਂ ਸਿੱਖੀ ਜਾਣੀ ਹੈ। ਠੀਕ ਹੈ, ਜੋ ਵੀ ਅਸੀਂ ਉਹਦੇ ਆਸ-ਪਾਸ ਬੋਲਾਂਗੇ, ਜੋ ਵੀ ਉਹਦੇ ਨਾਲ ਉਹਦੇ ਸਾਹਮਣੇ ਬੈਠ ਕੇ ਗੱਲਾਂ ਕਰਾਂਗੇ, ਉਹਦੇ ਉੱਪਰ ਝੁੱਕ ਕੇ ਗੱਲਾਂ ਕਰਾਂਗੇ, ਦੇਖਾਂਗੇ ਉਹਨੂੰ, ਉਹਨਾਂ ਇਹ ਵੀ ਇੱਕ ਜਿਹੜਾ ਇੱਕ ਦੂਜੇ ਦੇ ਨਾਲ ਸੰਪਰਕ ਬਣਾਉਣ ਵਾਸਤੇ ਇੰਟਰੈਕਸ਼ਨ ਹੈ ਸਾਡੀ, ਇਹ ਵੀ ਇੱਕ ਤਰ੍ਹਾਂ ਦੀ। ਤਾਂ ਭਾਸ਼ਾ ਜਿਹੜੀ ਸਾਡੀ ਹੈ, ਜੋ ਅਸੀਂ ਛੋਟੇ ਛੋਟੇ ਵਾਕ ਜਾਂ ਛੋਟੇ ਛੋਟੇ ਸ਼ਬਦ ਬੋਲਦੇ ਹਾਂ, ਤਾਂ ਉਹ ਬੱਚੇ ਦੀ ਭਾਸ਼ਾ ਦੇ ਜਨਮ ਵਾਸਤੇ ਜ਼ਰੂਰੀ ਆ ਕਿ ਬੱਚਾ ਬੋਲਣਾ ਸਿੱਖੇਗਾ ਉਹਨਾਂ ਗੱਲਾਂ ਤੋਂ ਹੀ। ਮੁਸਕਰਾਣਾ, ਠੀਕ ਹੈ, ਤੇ ਇਹ ਜਿਹੜੀ ਸਮਾਈਲਿੰਗ ਫੇਸ ਹੈ ਜਾਂ ਸਮਾਈਲ ਕਰਨਾ, ਇਹ ਵੀ ਇੱਕ ਤਰ੍ਹਾਂ ਦੀ ਇੰਟਰੈਕਸ਼ਨ ਹੈ। ਠੀਕ ਹੈ, ਤਾਂ ਆਪਾਂ ਮੰਨਦੇ ਹਾਂ ਨਾ ਕਿ ਭਾਵੇਂ ਅਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਦੇਗੇ, ਪਰ ਬੱਚੇ ਸਾਹਮਣੇ ਜਦੋਂ ਅਸੀਂ ਮੁਸਕਰਾਉਂਦੇ ਹਾਂ, ਹੱਸਦੇ ਹਾਂ ਉਹਦੇ ਨਾਲ, ਤਾਂ ਉਹ ਵੀ ਅੱਗੋਂ ਮੁਸਕਰਾਉਂਦਾ ਹੈ। ਠੀਕ ਹੈ, ਇੱਕ ਸਨੇਹ ਦੀ ਸਵੀਕ੍ਰਿਤੀ ਦੀ ਪਹਿਚਾਨ ਹੈ। ਸਵੀਕ੍ਰਿਤੀ ਜਾਂ ਪਹਿਚਾਨ, ਸੰਪ੍ਰੇਸ਼ਿਤ ਹੁੰਦਾ ਕਮਿਊਨੀਕੇਸ਼ਨ, ਇੱਕ ਦੂਜੇ ਨਾਲ ਆਪਣੀ ਇੰਟਰੈਕਸ਼ਨ ਕਰਨੀ, ਗੱਲਬਾਤ ਕਰਨੀ, ਆਪਣੇ ਵਿਚਾਰ ਦੂਜੇ ਤੱਕ ਪਹੁੰਚਾਉਣੇ, ਕਮਿਊਨੀਕੇਸ਼ਨ ਸੰਪ੍ਰੇਸ਼ਿਤ ਹੋ ਜਾਂਦੇ ਆ। ਭਾਵੇਂ ਅਸੀਂ ਗੱਲ ਨਹੀਂ ਕਰ ਰਹੇ, ਪਰ ਮੁਸਕਰਾਹਟ ਜਿਹੜੀ ਹੈਗੀ ਆ ਮਾਂ-ਬਾਪ ਦੀ ਜਾਂ ਕੇਅਰ ਗਿਵਰ ਦੀ, ਉਹ ਬੱਚੇ ਤੱਕ ਇਹ ਗੱਲ ਪਹੁੰਚਾਉਂਦੀ ਹੈ ਕਿ ਹਾਂ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਅਸੀਂ ਉਹਨੂੰ ਪਹਿਚਾਨਦੇ ਹਾਂ, ਅਸੀਂ ਉਹਦੀ ਕਿਸੇ ਗੱਲ ਦੀ ਹਾਮੀ ਭਰਦੇ ਹਾਂ, स्वीकृति देने हैं, एक्सेप्टेंस देने हैं। शिशु से बात करते समय अधिकतर लोग मुस्कुराकर ही बात करते हैं, चाहे उत्तर में शिशु ना भी मुस्कुराए। धीरे धीरे पालनकर्ता की मुस्कुराहट शिशु के मुस्कुराने के लिए, आनंद प्रकट करने के लिए और पूजन या बालालाप प्रारंभ करने के लिए प्रेरणा का काम करती है। आम तौर पर ਤੁਸੀਂ ਦੇਖਿਆ ਕਿ ਛੋਟਾ ਬੱਚਾ ਅੰਦਰ ਪਿਆ ਹੈ, ਇਕੱਲਾ ਪਿਆ ਹੈ, ਪਰ ਜਦੋਂ ਅਸੀਂ ਉਹਦੇ ਲਾਗੇ ਜਾਂਦੇ ਹਾਂ, ਠੀਕ ਹੈ, ਲਾਗੇ ਜਾ ਕੇ ਉਹਦੇ ਉੱਪਰ ਝੁੱਕ ਕੇ ਜਾਂ ਉਹਦੇ ਸਾਹਮਣੇ ਜਾ ਕੇ ਜਦੋਂ ਅਸੀਂ ਮੁਸਕਰਾਉਂਦੇ ਹਾਂ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਦੇ ਹਾਂ, ਜੇ ਗੱਲ ਸ਼ੁਰੂ ਹੀ ਕਰਨੀ ਚਾਹੁੰਦੇ ਹੁੰਦੇ ਆ, ਤਾਂ ਬੱਚਾ ਆਪਣੇ ਹੱਥ ਜਿਹੜੇ ਪੈਰ ਜਿਹੜੇ ਹੈਗੇ ਜੋ ਨਾਲ ਹਿਲਾਉਣੇ ਸ਼ੁਰੂ ਕਰ ਦਿੰਦਾ। ਠੀਕ ਹੈ, ਇਹ ਉਹਦੇ ਵਾਸਤੇ ਐਕਟੀਵਿਟੀ ਵਾਸਤੇ, ਪੂਜਨ, ਜਿਵੇਂ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ, ਬਾਲਾਲਾਪ ਕਰਨੀਆਂ, ਦਾਦਾ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ, ਮਾਮਾ ਪਾਪਾ ਪਾਪਾ, ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੰਦੇ ਬੱਚੇ, ਉਹ ਆਪਣੀ ਮੁਸਕਰਾਹਟ ਜਾਂ ਆਪਣੇ ਹਾਵ ਭਾਵ ਨੂੰ ਵੇਖ ਕੇ, ਚਿਹਰੇ ਕੇ ਹਾਵ ਭਾਵ। ਠੀਕ ਹੈ, ਜਿਵੇਂ ਅਸੀਂ ਛੋਟੇ ਬੱਚਿਆਂ ਨੂੰ ਕਈ ਵਾਰੀ ਚੜਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਛੋਟੇ ਬੱਚੇ ਦਾ ਰੋਣਾ ਵੀ ਸਾਡੇ ਵਾਸਤੇ ਇੱਕ ਸਥਿਤੀ ਹੁੰਦੀ ਆ, ਆਨੰਦਦਾਇਕ ਸਥਿਤੀ ਹੁੰਦੀ ਆ, ਤਾਂ ਅਸੀਂ ਉਹਨੂੰ ਕਈ ਵਾਰੀ ਗੁੱਸੇ ਨਾਲ ਆਪਣਾ ਫੇਸ ਉਹਨੂੰ ਵਿਖਾਉਂਦੇ, ਕਈ ਵਾਰੀ ਮੁਸਕਰਾਹਟ ਵਿਖਾਉਂਦੇ ਆ। ਤਾਂ ਇਹ ਹਾਵ ਭਾਵ ਜਿਹੜੇ ਹੈਗੇ ਚਿਹਰੇ ਦੇ, ਉਹ ਵੀ ਬੱਚੇ ਦੇ ਵਿੱਚ ਇੰਟਰੈਕਸ਼ਨ ਪੈਦਾ ਕਰਦੇ ਆ, ਔਰ ਉਹਨੂੰ ਆਉਣ ਵਾਲੇ ਸਮਾਜ ਦੇ ਵਿੱਚ ਜਦੋਂ ਉਹਨੇ ਵਿਚਰਨਾ ਹੈ, ਸਮਾਜਿਕ ਅੰਤਕ੍ਰਿਆ ਜਿਹੜੀ ਹੈਗੀ ਆ, ਸਮਾਜਿਕ ਇੰਟਰੈਕਸ਼ਨ ਜਿਹੜੀ ਹੈਗੀ, ਸੋਸ਼ਲ ਇੰਟਰੈਕਸ਼ਨ ਹੈਗੀ ਆ, ਉਹਦਾ ਬੇਸ ਬਣਦੇ ਨੇ। एक टक देखना, किसी व्यक्ति से बात करते सामान्यतः हम उसकी ओर देखते हैं, उसकी ओर से नजर हटाना इस बात का संकेत करता है कि हम उससे संपर्क तोड़ना चाहते हैं। ਤਾਂ ਬੱਚਾ ਵੀ ਇਹ ਚੀਜ਼ ਨੂੰ ਮਹਿਸੂਸ ਕਰਦਾ, ਜਿੰਨਾ ਚਿਰ ਅਸੀਂ ਬੱਚੇ ਦੇ ਸਾਹਮਣੇ ਬੈਠੇ ਉਹਦੇ ਵੱਲ ਵੇਖੀ ਜਾਂਦੇ, ਉਹਨਾਂ ਗੱਲਾਂ ਕਰੀ ਜਾਂਦੇ ਆ, ਉਹਨਾਂ ਚਿਰ ਉਹ ਖੁਸ਼ ਰਹਿੰਦਾ, ਠੀਕ ਹੈ, ਚੁੱਪ ਰਹਿੰਦਾ। ਜਦੋਂ ਅਸੀਂ ਉਸ ਤੋਂ ਆਪਣੀ ਨਿਗਾਹ ਹਟਾਉਂਦੇ ਆ, ਪਾਸੇ ਹੋ ਜਾਂਦੇ ਆ, ਤਾਂ ਉਹ ਜ਼ਿਆਦਾਤਰ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ। ਤਾਂ ਇਹ ਵੀ ਇੱਕ ਤਰ੍ਹਾਂ ਦਾ ਕੀ ਹੈਗਾ, भावात्मक सामाजिक अंतक्रिया के प्रथम व्यवहारों से में से एक है। ਇਹ ਤੁਹਾਨੂੰ ਇਕੱਲਾ ਪੁਆਇੰਟ ਵੀ ਆ ਸਕਦਾ, ਇੱਕ ਟੱਕ ਦੇਖਣਾ। ठीक है जी, उस तो आगे है गति और लय। जब हम शिशु के साथ खेलते हैं तो अपना सिर बाएं से दाएं, ऊपर से नीचे, देखो कल भी ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਬੱਚੇ ਦੇ ਕੋਲੇ ਬੈਠ ਕੇ ਜਾਂ ਉਹਨੂੰ ਆਪਣੀ ਗੋਦੀ ਚੱਕ ਕੇ ਜਾਂ ਉਹਦੇ ਉੱਪਰ ਝੁੱਕ ਕੇ ਅਸੀਂ ਜਦੋਂ ਆਪਣੀ ਧੌਣ ਹਿਲਾਉਣੇ ਉੱਪਰ ਨੀਚੇ ਕਰਦੇ ਆ, ਠੀਕ ਹੈ, ਜਾਂ ਦਾएं ਬਾएं ਕਰਦੇ ਆ, ਖੱਬੇ ਸੱਜੇ ਕਰਦੇ ਆ, ਤਾਂ ਉਹਦੇ ਨਾਲ ਕੀ ਹੁੰਦਾ, ਬੱਚੇ ਦੀ ਇੰਟਰੈਕਸ਼ਨ ਵੱਧਦੀ ਆ, ਉਹੀ ਜਿਹੜੀ ਐਕਟੀਵਿਟੀਜ਼ ਆਪਣੀਆਂ ਵਧਾ ਦਿੰਦਾ ਹੈ। ਜਿੰਨੀ ਤੇਜ਼ੀ ਨਾਲ ਅਸੀਂ ਐਕਟੀਵਿਟੀ ਕਰਦੇ ਉਸੇ ਤੇਜ਼ੀ ਨਾਲ ਬੱਚਾ ਵੀ ਅੱਗੋਂ ਐਕਟੀਵਿਟੀ ਕਰਨੀ ਸ਼ੁਰੂ ਕਰ ਦਿੰਦਾ ਹੈ। ਤਾਂ ਉਸ ਤੋਂ ਅੱਗੇ ਹੈ, ਇਹ ਪਹਿਲਾ ਹੈਗਾ ਸੀ ਪਾਲਣਕਰਤਾ ਕੇ ਵਿਵਹਾਰ, ਜਿਹੜਾ ਪਾਲਕ ਹੈ, ਜਿਹੜਾ ਪਾਲਣਕਰਤਾ ਹੈ, ਉਹ ਬੱਚੇ ਨਾਲ ਕਿਸ ਤਰ੍ਹਾਂ ਦੇ ਵਿਵਹਾਰ ਕਰਦਾ ਹੈ। ਉਸ ਤੋਂ ਅੱਗੇ शिशु की योग्यताएं और व्यवहार, शिशु की योग्यताएं और उसके व्यवहार।
पालनकर्ता से संपर्क बनाने में शिशु भी कई व्यवहारों द्वारा पहल करते हैं। ये व्यवहार एकटक देखना, रोना, मुस्कुराना, वार्तालाप करना, नकल करना। इनके अलावा शिशु की संवेदात्मक योग्यताएं भी सामाजिक अंतक्रिया में सहायक होती हैं। सेम ही पॉइंट है गया। ਉੱਪਰ ਆਪਾਂ ਗੱਲ ਕੀਤੀ ਸੀਗੀ ਕਿ ਪਾਲਣਕਰਤਾ ਕਿਵੇਂ ਇਹਨਾਂ ਵਿਵਹਾਰਾਂ ਦੇ ਨਾਲ ਬੱਚੇ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਕੀ ਹੈਗਾ ਕਿ ਇਹਨਾਂ ਤੋਂ ਬਿਨਾ ਬੱਚਾ ਵੀ ਜਿਹੜਾ ਹੈਗਾ ਉਹ ਵੀ ਆਪਣੇ ਮਾਂ-ਬਾਪ ਵੱਲ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਮਾਂ-ਬਾਪ ਦੇ ਨਾਲ ਇੰਟਰੈਕਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਉਹਦੇ ਤਰੀਕੇ ਨੇ ਇੰਟਰੈਕਸ਼ਨ ਕਰਨ ਦੇ, क्योंकि ये जो बोल नहीं पा रहा। शिशु की योग्यता और व्यवहार पहली आ गई संवेदात्मक योग्यताएं। संवेदात्मक मतलब बौद्धिक जिन्हों आप कहने कॉग्निटिव एबिलिटीज। शिशु के संवेदात्मक योग्यताओं का सामाजिक संबंध बनाने में बहुत महत्व है। भाषा के प्रति शिशु की ऐसी ग्रहणशीलता के कारण ही वयस्क आप कहने बालक नूं अडल्ट, इत्थे दा मतलब हैगा वड्डे ओदे माँ-बाप शिशु का ध्यान आकर्षित करने के लिए भाषा का प्रयोग सफलतापूर्वक कर पाते हैं। शिशुओं के दृश्य संबंधी कौशल भी उन्हें सामाजिक अंतक्रिया में मदद करते हैं। शिशुओं को लोगों के चेहरे आकर्षित करते हैं, वे उनकी ओर ध्यानपूर्वक देखते हैं। ठीक है, देख की करता छोटा बच्चा ਉਹ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਹਨੇਰੇ ਤੇ ਰੋਸ਼ਨੀ ਜਿਹੜੀ ਹੈਗੀ ਆ ਉਹ ਉਹਨੂੰ ਮਦਦ ਕਰਦੇ ਆ ਅੰਤਕ੍ਰਿਆ ਕਰਨ ਦੇ ਵਿੱਚ, ਐਕਟੀਵਿਟੀਜ਼ ਕਰਨ ਦੇ ਵਿੱਚ। ਦ੍ਰਿਸ਼ ਸੰਬੰਧੀ ਕੌਸ਼ਲ, ਵਿਜ਼ੂਅਲ ਸਕਿੱਲਸ ਕੀ ਹੋਣਗੀਆਂ? ਵਿਜ਼ੂਅਲ ਸਕਿੱਲ ਕੀ ਵੇਖੂਗਾ? ਉਹ ਆਪਣੇ ਆਸ-ਪਾਸ ਦੀਆਂ ਚੀਜ਼ਾਂ ਵੇਖੇਗਾ, ਆਪਣੇ ਮਾਂ-ਬਾਪ ਨੂੰ ਦੇਖੇਗਾ। ਠੀਕ ਹੈ, ਔਰ ਪਹਿਲੀ ਗੱਲ ਤੇ ਦੇਖਣਾ ਆ ਗਿਆ, ਜਿਵੇਂ ਆਪਾਂ ਇੱਕ ਟੱਕ ਦੇਖਣਾ, ਚਿਹਰੇ ਆਕਰਸ਼ਿਤ ਕਰਤੇ ਹੈ। ਕੋਈ ਨਾ ਬੰਦਾ ਕੋਈ ਘਰੇ ਆਉਂਦਾ ਤਾਂ ਬੱਚਾ ਉਹਦੇ ਮੂੰਹ ਵੱਲ ਵੇਖੀ ਜਾਂਦਾ, ਇੱਕ ਬੰਦੇ ਵੱਲ ਵੇਖੀ ਜਾਏਗਾ ਬੱਚਾ। ठीक है, एक टक देखना। शिशु का पालन के कर्ता की ओर एक टक देखना उनके बीच अंतक्रिया को बढ़ावा देता है। धीरे धीरे शिशु माँ के चेहरे, गंध और आवाज के आधार पर उसके और अन्य लोगों के बीच भेद करना सीख जाते हैं। ठीक है, आप दूरों आवाज मारते बच्चे नूं, भावें बच्चा बोल के नहीं दस पाउंदा पर उन्हें समझ लग जाती है कि ये आवाज वक्री है। ठीक है, ਜਾਂ ਇਹ ਆਵਾਜ਼ ਮੇਰੀ ਮਾਤਾ ਦੀ ਹੈ, ਕਿਉਂਕਿ ਮਾਤਾ ਨਾਲ ਉਹਦੀ ਇੰਟਰੈਕਸ਼ਨ ਜ਼ਿਆਦਾ ਹੁੰਦੀ ਹੈ, ਮਾਤਾ ਨੂੰ ਉਹਨੇ ਜ਼ਿਆਦਾ ਚੱਕਣਾ ਹੁੰਦਾ, ਤਾਂ ਇਹ ਚੀਜ਼ਾਂ ਉਹ ਮਹਿਸੂਸ ਕਰਨੀਆਂ ਸਿੱਖ ਜਾਂਦਾ ਹੈ। ਇਹ ਉਹਦੀਆਂ ਸੰਵੇਦਾਤਮਕ ਯੋਗਤਾਵਾਂ ਹੈਗੀਆਂ। ਸੈਂਸਰੀ ਆਪਾਂ ਕੋਗਨੀਟਿਵ ਕਰ ਗਏ ਸੀ। ਸੈਂਸਰੀ ਕੈਪੇਬਿਲਿਟੀਜ਼ ਆਪਾਂ ਕੱਲ ਪੜਿਆ ਸੀ। ਸੈਂਸਰਸ, ਸੈਂਸੇਸ਼ਨ ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ ਨੇ। सेंसरी कैपेबिलिटीज, शिशु की माता पिता को पहचान पाने की यह योग्यता अभिभावकों के नजरिए से बहुत महत्वपूर्ण है। इससे उन्हें यह महसूस होता है कि शिशु उनकी ओर विशेष रूप से अनुक्रिया दिखा रहे हैं और उनकी शिशु के प्रति स्नेहमयी भावनाएं प्रबल होती हैं, जिससे उसकी परिपोषण और देखभाल संबंधी गतिविधियों को बढ़ावा मिलता है। धीरे धीरे शिशु घर के अन्य सदस्यों को पहचानने लगता है, जैसे भाई बहन, दादा दादी, और इस प्रकार उनका परिचय और लोगों से भी होने लगता है। एक 6 महीने का शिशु भिन्न भिन्न भावात्मक अभिव्यक्तियों जैसे हर्ष, क्रोध, भय आदि में समर्थ होता है। शिशु की यह उभरती हुई क्षमता 2 कारणों से महत्वपूर्ण है। प्रथमतः माता पिता के चेहरों के संवेगों को देख शिशु यह समझाते हैं उनकी किसी वस्तु, घटना या व्यक्ति की ओर क्या प्रतिक्रिया है। कई बार की होता कि देखो जो बच्चा खेड रहा है, कोई शरारत कर रहा है, ये थोड़े जे बड़े बच्चे की गल करते हैं आप, ठीक है, 1 महीने तो बाद की गल करते हैं। जो बच्चा कोई ना कोई एक्टिविटी करनी शुरू कर देता है तो कई बार की होता कि वो एक एक्टिविटी करता सी, उस एक्टिविटी ते हस पैंदे हैं, तो उन्होंने की समझ लगती बच्चे नूं, भावें वो मतलब बोल के नहीं गल समझ रहा पर उन्हें समझ लग जाती कि मैं आ एक्टिविटी की, मेरे माता पिता प्रसन्न होए आ, वो खुश होए आ, तो इस एक्टिविटी दोबारा करने की कोशिश करेगा, दोबारा बार बार करेगा, वो भी खुश होएगा। पर कई बार की होता कि किसी एक्टिविटी वो करता तो असीं ਉਹਦੇ ਵੱਲ ਗੁੱਸੇ ਨਾਲ देखते हैं, तो वो भी की करना शुरू करता, रोना शुरू कर दिंदा। पर कहते हैं कि लै इहनूं गुस्सा देख के रो पिया। तो ये चीज़ां की हैगियां ने, ये किहड़ियां ने? संवेदात्मक योग्यताएं हैं। संवेदात्मक योग्यताएं मतलब सेंसरी ਇਹਦੇ ਵਿੱਚ ਕੀ ਹੋ ਗਿਆ कि विजुअल कंटैक्ट हो रहा बच्चे का, फिर वो किसी चीज़ को महसूस करना शुरू कर दिंदा। ठीक है, टच ਜਿਹੜੇ ਹੈਗੇ ਨੇ माता पिता का टच आ, वो उन्हां दे विच डिफरेंशिएट करना शुरू कर लेंदा है। ठीक है जी, ये तुसीं पॉइंट पढ़ लेने। उस तो अगे व्यवहार, ख भाग हैगा व्यवहार। पहला सीगा ਉਹਦੇ ਵਿੱਚ संवेदात्मक योग्यताएं, दूसरा रखा व्यवहार। देखो ये सेम ही है, एक टक देखना और मुस्कुराना, रोना,
कूजन और बालालाप अनुकरण। तो ये तुहानू वखरा प्रश्न भी आ सकता कि जड़ा शिशु है, शिशु के 5 व्यवहारों के बारे में बताएं, ठीक है, या 4 व्यवहार बताएं या 3 व्यवहार बताएं। अकूजन और बालालाप तुसीं अलग अलग लिख सकते हो, पढ़ चुके हो तुसीं, हुणे तुहानू वार वार जिन्नी दिमाग च रहनी चाहिए चीज़। कूजन का मतलब कि कूजन का मतलब जिवें पंजाबी च आपां री री करना कहने, बालालाप जिवें एक ही वर्ड नू वार वार एक ही जिहड़ा वर्ण हैगा उहनूं वार वार बोलता रहता है। अनुकरण नकल करना किसी चीज़ की, ठीक है। रोना हो गया, एक टक देखना और मुस्कुराना। इन्हां च कोई भी व्यवहार जिहड़ा बिहेवियर बच्चे दे पूछे जा सकते हैं। अगे लगाव, ये बहुत इंपोर्टेंट प्रश्न हैगा। लगाव कॉमन चीज़ां आपां थोड़ियां सुन लैणियां तुसीं ते इहनूं पढ़ लेना है, अपने ध्यान च रखना। कोई बड़ा औखा नहीं हैगा याद रखने वाला प्रश्न, सिंपल गल्लां ने, वो तुसीं ध्यान विच रखणियां। लगाव दा मतलब की हैगा इंटरैक्शन जिहड़ी बच्चे दी अपने माता पिता दे नाल वो किवें प्रभाव पाउंदी है बच्चे दे उत्ते। इंटीमेसी जिहड़ी है, लगाव मतलब इंटीमेसी। हुण की हुंदा कि देखो जदों आपां पहली गल करदे हां कि जिवें तुहानूं कल भी दस्सिया सीगा कि विग्यानी मानते हैं कि बच्चा जिहड़ा हैगा वो कुछ ही घंटे, जन्म तो कुछ ही घंटे बाद अपनी माता का टच महसूस करना शुरू कर दिंदा है, क्योंकि सब तो पहला गोद माता की गोद में जाना हुंदा बच्चे ने, ठीक है जी। तो उस टच तो वो फीलिंग्स लैणियां शुरू कर चुका हुंदा है। ਤਾਂ ਜਦੋਂ ਬੱਚੇ ਦੇ ਕੋਲੇ ਉਹਦੇ ਮਾਂ-ਬਾਪ ਜਿਹੜੇ ਹੈਗੇ ਨੇ ਕਾਫੀ ਸਮਾਂ ਰਹਿੰਦੇ ਨੇ, ਉਹਦੇ ਨਾਲ ਗੱਲਾਂ ਬਾਤਾਂ ਕਰਦੇ ਨੇ। ਦੇਖੋ ਆਪਾਂ ਵਾਰ-ਵਾਰ ਉਹ ਗੱਲ ਕਰ ਰਹੇ ਹਾਂ ਕਿ ਜੇ ਅਸੀਂ ਬੱਚੇ ਦੇ ਕੋਲੇ ਰਹਿ ਕੇ ਉਹਦੇ ਨਾਲ ਵਿਵਹਾਰ ਜਿਵੇਂ ਇੱਕ ਟੱਕ ਦੇਖਣਾ, ਮੁਸਕਰਾਉਣਾ, ਗੱਲਾਂ ਬਾਤਾਂ ਕਰਨੀਆਂ, ਹਾਵ ਭਾਵ ਦਿਖਾਉਣੇ ਚਿਹਰੇ ਦੇ, ਇਹ ਜਿੰਨਾ ਜ਼ਿਆਦਾ ਬੱਚੇ ਦੇ ਆਸ-ਪਾਸ ਕਰਾਂਗੇ ਉਨਾ ਹੀ ਆਪਣੇ ਆਪ ਨੂੰ ਜ਼ਿਆਦਾ ਸਿਕਿਉਰ ਮਹਿਸੂਸ ਕਰੇਗਾ। ਆਪਾਂ ਕਹਿੰਦੇ ਨਾ, ਪੁਰਾਣੇ ਬੰਦੇ ਕਹਿੰਦੇ ਸੀ ਬੱਚੇ ਨੂੰ ਕਮਰੇ 'ਚ ਇਕੱਲਾ ਨਹੀਂ ਛੱਡਣਾ ਚਾਹੀਦਾ। ਉਹਦਾ ਮਤਲਬ ਕਿ ਡਰ ਜਾਏਗਾ ਬੱਚਾ। ਡਰ ਕਿਉਂ ਜਾਏਗਾ? ਕਿਉਂਕਿ ਉਹਦੇ ਕੋਲੇ ਕੋਈ ਨਹੀਂ ਹੈਗਾ, ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ, ਉਹਨੂੰ ਫੀਲਿੰਗ ਮਹਿਸੂਸ ਹੋਏਗੀ ਇਕੱਲੇਪਨ ਦੀ, ਠੀਕ ਹੈ ਜੀ। ਇਹੋ ਹੀ ਚੀਜ਼ ਹੈ ਕਿ ਜੇ ਬੱਚੇ ਨੂੰ ਜਿਹੜੇ ਆਪਾਂ ਨਿਰਣਾਇਕ ਅਵਧੀਆਂ ਦੀ ਗੱਲ ਕਰਦੇ ਪਏ ਸੀ 0 ਤੋਂ ਲੈ ਕੇ 6 ਸਾਲ ਦੇ ਵਿੱਚ, ਤਾਂ ਇਸ ਸਮੇਂ ਜਿਹੜੇ ਪਹਿਲੇ 2 ਸਾਲ ਹੈਗੇ ਬੱਚੇ ਲਈ ਭਾਵਾਤਮਕ ਤੌਰ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਆਪਾਂ ਪੜ੍ਹ ਚੁੱਕੇ ਹਾਂ ਚੀਜ਼। ਤਾਂ ਕਿਉਂ ਭਾਵਾਤਮਕ ਤੌਰ ਤੇ ਇੰਪੋਰਟੈਂਟ ਹੁੰਦੇ ਨੇ? ਇਸ ਕਰਕੇ ਕਿ ਜੇ ਬੱਚੇ ਦੇ ਮਨ ਦੇ ਵਿੱਚ ਡਰ ਬੈਠ ਜਾਏ, ਡਰ ਮਹਿਸੂਸ ਹੋਵੇ, ਉਹਦੇ ਲਾਗੇ ਕੋਈ ਨਹੀਂ ਰਹਿ ਰਿਹਾ, ਉਹਨੂੰ ਲਗਾਵ ਨਹੀਂ ਪੈਦਾ ਹੋ ਰਿਹਾ ਉਹਦੇ ਆਪਣੇ ਮਾਂ-ਬਾਪ ਦੇ ਨਾਲ। ਕਿਉਂ ਨਹੀਂ ਪੈਦਾ ਹੋਏਗਾ? ਕਿਉਂਕਿ ਅਸੀਂ ਉਹਦੇ ਜੇ ਕੋਲੇ ਬੈਠ ਕੇ ਉਹਦੇ ਨਾਲ ਗੱਲਾਂ ਬਾਤਾਂ ਨਹੀਂ ਕਰਾਂਗੇ, ਉਹਦੇ ਨਾਲ ਇੰਟਰੈਕਸ਼ਨ ਨਹੀਂ ਬਣਾਵਾਂਗੇ, ਤਾਂ ਨਹੀਂ ਹੋਏਗਾ। ਲਗਾਵ ਨਹੀਂ ਹੋਏਗਾ, ਲਗਾਵ ਨਹੀਂ ਪੈਦਾ ਹੋਏਗਾ ਤਾਂ ਫਿਰ ਉਹ ਇਨਸਿਕਿਉਰਿਟੀ ਫੀਲ ਕਰੇਗਾ, ਠੀਕ ਹੈ। ਇਨਸਿਕਿਉਰਿਟੀ ਫੀਲ ਕਰੇਗਾ ਤਾਂ ਉਹਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਸੋਸ਼ਲ ਔਰ ਜਿਹੜੀ ਉਹਦੀ ਭਾਵਾਤਮਕ ਡਿਵੈਲਪਮੈਂਟ ਹੈਗੀ ਆ ਉਹ ਜ਼ਿਆਦਾ ਵਧੀਆ ਨਹੀਂ ਹੋ ਪਾਏਗੀ। ਠੀਕ ਹੈ। ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਮਾਤਾ ਗੋਦੀ ਦੇ ਵਿੱਚ ਬਿਠਾ ਕੇ ਬੱਚੇ ਨੂੰ ਫੀਡ ਕਰਦੇ ਨੇ ਤਾਂ ਉਦੋਂ ਕੀ ਹੁੰਦਾ ਕਿ ਨਾਲ ਨਾਲ ਉਹਨੂੰ ਸਹਿਲਾਉਂਦੇ ਨੇ, ਉਹਦੇ ਸਰੀਰ ਤੇ ਹੱਥ ਫੇਰਦੇ ਨੇ, ਉਹਨਾਂ ਗੱਲਾਂ ਬਾਤਾਂ ਕਰਦੇ ਨੇ। ਇਹ ਸਪਰਸ਼ ਜਿਹੜਾ ਹੈਗਾ, ਉਹਨੂੰ ਵੱਲ ਦੇਖਣਾ, ਉਹਨੂੰ ਮੁਸਕਰਾਉਣਾ, ਉਹਦੇ ਸਿਰ ਨੂੰ ਥਪਥਪਾਉਣਾ, ਇਹ ਪਰਸਪਰਕ ਸਨੇਹ ਜਿਹੜਾ ਪਿਆਰ ਹੈ ਬੱਚੇ ਦੇ ਨਾਲ ਪੈਦਾ ਹੁੰਦਾ, ਉਹ ਉਹਦੇ ਵਿਕਾਸ ਦਾ ਆਧਾਰ ਬਣਦਾ ਹੈ, ਠੀਕ ਹੈ ਜੀ। ਜਿਵੇਂ ਹੀ ਪਹਿਲਾ ਸੰਬੰਧ ਕਿਹਦੇ ਨਾਲ ਪੈਦਾ ਹੁੰਦਾ? ਮਾਤਾ ਨਾਲ। ਉਸ ਤੋਂ ਬਾਅਦ ਪਿਤਾ ਨਾਲ ਸੰਬੰਧ, ਠੀਕ ਹੈ। ਔਰ ਪਿਤਾ ਤੋਂ ਬਾਅਦ ਜਿਹੜੇ ਹੋਰ ਸੰਬੰਧ ਬਣਾਉਂਦਾ ਹੈ ਬੱਚਾ, ਜਿਵੇਂ ਉਹਦੇ ਪਰਿਵਾਰ ਵਿੱਚ ਹੋਰ ਜਿਹੜੇ ਜੀ ਰਹਿੰਦੇ ਨੇ, ਭਰਾ ਭੈਣ ਹੋ ਸਕਦੇ ਨੇ, ਦਾਦਾ ਦਾਦੀ ਹੋ ਸਕਦੇ, ਚਾਚਾ ਚਾਚੀ, ਜਾਂ ਕੋਈ ਵੀ ਹੋਰ ਪਰਿਵਾਰ ਦੇ ਸੰਯੁਕਤ ਪਰਿਵਾਰ ਦੇ ਵਿੱਚ ਰਹਿ ਰਹੇ ਆ, ਉਹਨਾਂ ਨਾਲ ਉਹ ਆਪਣਾ ਵਿਵਹਾਰ ਬਣਾਉਂਦਾ ਹੈ, ਸਨੇਹ ਬਣਾਉਂਦਾ ਹੈ, ਠੀਕ ਹੈ ਜੀ। ਇਹ ਲਗਾਵ ਪ੍ਰਸ਼ਨ ਜਿਹੜਾ ਹੈਗਾ ਤੁਹਾਨੂੰ ਸ਼ਾਰਟ ਨੋਟ ਦੇ ਵਿੱਚ ਵੀ ਆ ਸਕਦਾ, ਵੱਡੇ ਦੇ ਵਿੱਚ ਵੀ ਆ ਸਕਦਾ। ਧਿਆਨ ਰੱਖਣਾ ਤੁਸੀਂ, ਕੋਈ ਜ਼ਿਆਦਾ ਵੱਡਾ ਨਹੀਂ ਹੈ ਕੰਮ ਕਿ ਕੋਈ ਰੱਟਾ ਲਾਉਣ ਵਾਲਾ। ਸਿਰਫ ਇਹਨੂੰ ਇੱਕ ਵਾਰੀ ਪੜ੍ਹਨਾ, ਕੁਝ ਪੁਆਇੰਟ ਤੁਹਾਨੂੰ ਵਿੱਚੋਂ ਹੋਰ ਲੱਭ ਜਾਣਗੇ। उस तो बाद आप करेंगे 19वां प्रश्न, शिशु की भावात्मक अभिव्यक्तियां। शिशु की भावात्मक अभिव्यक्तियां, ਇਹਨੂੰ ਪਹਿਲਾਂ ਕੁਝ ਪੁਆਇੰਟ ਹੈਗੇ, ਬਸ ਮੈਂ ਤੁਹਾਨੂੰ ਉਹਨਾਂ ਪੁਆਇੰਟਾਂ ਬਾਰੇ ਗੱਲ ਕਰਨੀ ਆ ਵੀ ਇਹਦੇ ਵਿੱਚ ਕੀ ਹੁੰਦਾ ਕਿ ਬੱਚਾ ਜਿਹੜਾ ਹੈ ਉਹ ਭਾਵਾਤਮਕ ਤੌਰ ਤੇ, ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਆ, ਐਕਸਪ੍ਰੈਸ਼ਨਸ, ਇਹਨੂੰ ਤੁਸੀਂ ਇੰਗਲਿਸ਼ ਚ ਕਰ ਲਓ ਇਮੋਸ਼ਨਲ ਐਕਸਪ੍ਰੈਸ਼ਨਸ। ਇਮੋਸ਼ਨਲ एक्सप्रेशंस, एक्सप्रेशन देना
ਅਭਿਵਿਅਕਤੀ ਦੇਣਾ, ਆਪਣੀ ਕੋਈ ਗੱਲਬਾਤ ਦੂਸਰੇ ਸਾਹਮਣੇ ਪ੍ਰਗਟ ਕਰਨ ਵਾਸਤੇ ਹਾਵ ਭਾਵ ਦਾ ਪ੍ਰਯੋਗ ਕਰਨਾ ਜਾਂ ਗੱਲਬਾਤ ਕਹਿ ਕੇ ਪ੍ਰਗਟ ਕਰਨੀ, ਅਭਿਵਿਅਕਤੀ। ਤਾਂ ਇਹਦੇ ਵਿੱਚ ਆ ਜਾਏਗਾ ਜੀ ਆਪਣੇ ਕੋਲੇ ਐਕਸਪ੍ਰੈਸ਼ਨ ਕਿਹੜੇ ਹੋ ਸਕਦੇ ਨੇ। ਪਹਿਲਾ ਹੈ ਇਹਦੇ ਵਿੱਚ ਅਪਰਿਚਿਤ ਕੇ ਪ੍ਰਤੀ ਚਿੰਤਾ। ਛੋਟਾ ਬੱਚਾ ਜਿਹੜਾ ਹੈ, ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ, ਪਹਿਲਾਂ ਆਪਾਂ ਗੱਲ ਕੀਤੀ ਸੀ ਵਿਭੇਦੀਕਰਨ ਔਰ ਏਕੀਕਰਨ ਕੀ। ਏਕੀਕਰਨ ਕੀ ਹੁੰਦਾ ਕਿ ਬੱਚਾ ਹਰ ਇੱਕ ਨੂੰ ਬਰਾਬਰ ਸਮਝਦਾ, ਇੱਕੋ ਜਿਹਾ ਸਮਝਦਾ, ਹਰ ਇੱਕ ਨੂੰ ਦੇਖ ਕੇ ਮੁਸਕਰਾ ਪੈਂਦਾ, ਹਰੇਕ ਕੋਲੇ ਚਲੇ ਜਾਂਦਾ। ਉਹ ਹੁੰਦਾ ਛੋਟੀ ਉਮਰ ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ, ਬੱਚਾ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰ ਦਿੰਦਾ, ਵਿਭੇਦੀਕਰਨ ਕਰਨਾ ਸ਼ੁਰੂ ਕਰ ਦਿੰਦਾ, ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੰਦਾ, ਆਪਣੇ ਮਾਂ-ਬਾਪ ਤੇ ਦੂਸਰਿਆਂ ਦੇ ਵਿੱਚ ਫਰਕ ਕਰਨਾ ਸਿੱਖ ਲੈਂਦਾ ਹੈ। ਹੁਣ ਜਦੋਂ ਉਹਦੇ ਮਾਂ-ਬਾਪ ਉਹਦੇ ਕੋਲੇ ਨਹੀਂ ਹੈ, ਕੋਈ ਹੋਰ ਓਪਰਾ ਬੰਦਾ ਆਉਂਦਾ ਹੈ, ਤਾਂ ਉੱਥੇ ਉਹ ਕੀ ਹੁੰਦਾ ਹੈ, ਅਪਰਿਚਿਤ ਕੇ ਪ੍ਰਤੀ ਚਿੰਤਾ। ਉਹਨੂੰ ਡਰ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਜਿਹੜੀ ਉਹਦੀ ਮਤਲਬ ਆਪਾਂ ਇਹ ਸੋਚ ਲਈ ਕਿ ਜਿਹੜਾ ਉਹਦੇ ਮਨ ਦਾ ਕੈਮਰਾ ਹੈ, ਜਿੱਥੇ ਉਹਦੀਆਂ ਤਸਵੀਰਾਂ ਸੇਵ ਨੇ, ਉੱਥੇ ਉਹ ਬੰਦਾ ਉਹਦੇ ਵਿੱਚ ਉਹਨੂੰ ਨਹੀਂ ਲੱਭ ਪਾਉਂਦਾ, ਤਾਂ ਉਹਦੇ ਪ੍ਰਤੀ ਉਹ ਚਿੰਤਾ ਮਹਿਸੂਸ ਕਰਦਾ ਹੈ, ਡਰ ਮਹਿਸੂਸ ਕਰਦਾ ਹੈ। ਔਰ ਇੱਥੇ ਉਹਦਾ ਚਿਹਰਾ ਜਿਹੜਾ ਹੁੰਦਾ, ਆਪਾਂ ਮਹਿਸੂਸ ਕਰਦੇ ਕਿ ਉਹ ਅਕੜ ਜਾਂਦਾ, ਠੀਕ ਹੈ, ਉਹਦੀਆਂ ਮੁੱਠੀਆਂ ਵੀ ਕਈ ਵਾਰੀ ਬੰਦ ਕਰ ਦਿੰਦਾ, ਅਕੜ ਜਾਂਦਾ ਹੈ, ਠੀਕ ਹੈ, ਲੱਤਾਂ ਕੜਾ ਲੈਂਦਾ ਹੈ। ਤਾਂ ਉਹ ਡਰ ਮਹਿਸੂਸ ਕਰਦਾ ਹੈ, ਭੈ ਭੀਤ ਮਹਿਸੂਸ ਕਰਦਾ ਹੈ, ਆਪਣੇ ਆਪ ਨੂੰ ਚਿੰਤਾ ਮਹਿਸੂਸ ਕਰਦਾ ਹੈ ਕਿ ਇਹ ਕੌਣ ਬੰਦਾ ਆ ਗਿਆ, ਠੀਕ ਹੈ। ਕਈ ਵਾਰੀ ਕੀ ਹੁੰਦਾ ਕਿ ਉਹ ਰੋਣ ਲੱਗ ਜਾਂਦੇ ਨੇ ਬੱਚੇ। ਅਗਰ ਉਹੀ ਬੰਦੇ ਨੂੰ ਅਸੀਂ ਪਾਸੇ ਕਰ ਦਈਏ, ਦੂਰ ਕਰ ਦਈਏ ਜਾਂ ਚਲਿਆ ਜਾਵੇ, ਤਾਂ ਉਹ ਬੱਚੇ ਦੁਬਾਰਾ ਚੁੱਪ ਕਰ ਜਾਂਦੇ ਨੇ। ਤਾਂ ਇਹ ਉਹਦੀ ਐਕਸਪ੍ਰੈਸ਼ਨ ਹੈਗਾ। ਤੈਨੂੰ ਵੱਖਰਾ ਪੁੱਛਿਆ ਜਾ ਸਕਦਾ ਜਾਂ ਵੈਸੇ ਹੀ ਪੁੱਛ ਸਕਦੇ ਕਿ ਇਮੋਸ਼ਨਲ ਐਕਸਪ੍ਰੈਸ਼ਨ ਕਿਹੜੇ ਕਿਹੜੇ ਹੁੰਦੇ ਬੱਚੇ ਦੇ। शिशु की भावात्मक अभिव्यक्तियों का वर्णन कीजिए। ਤਾਂ ਇੱਥੇ ਖੁਸ਼ੀ ਆ ਸਕਦੀ, ਦੁੱਖ ਆ ਸਕਦਾ, ਡਰ ਆ ਸਕਦਾ, ਮੁਸਕਰਾਹਟ ਆ ਸਕਦੀ ਆ, ਹਾਸਾ ਆ ਸਕਦਾ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਸਕਦੀਆਂ ਨੇ। ਹੋਰ ਕਿਹੜੇ ਕਿਹੜੇ ਡਰ ਹੋ ਸਕਦੇ ਨੇ? ਵਿਛੜਨੇ ਦਾ ਡਰ। ਵਿਛੜਨੇ ਦਾ ਡਰ ਦਾ ਕੀ ਮਤਲਬ ਹੈਗਾ ਕਿ ਮਾਂ-ਬਾਪ ਤੋਂ ਅਲੱਗ ਹੋਣ ਦਾ ਡਰ। ਜਿਵੇਂ ਇਹ ਚੀਜ਼ਾਂ ਛੋਟੀ ਉਮਰ 'ਚ ਨਹੀਂ ਹੁੰਦੀਆਂ, ਜਦੋਂ ਬੱਚਾ 10-11 ਮਹੀਨੇ ਦਾ ਹੋ ਜਾਂਦਾ, ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਬੱਚਾ ਥੋੜਾ ਜਿਹਾ ਤੁਰਨ ਲੱਗ ਪੈਂਦਾ, ਆਪਾਂ ਗੱਲ ਕੀਤੀ ਸੀ ਕੱਲ ਵੀ ਕਿ 10ਵੇਂ ਮਹੀਨੇ ਤੱਕ ਬੱਚਾ ਜਿਹੜਾ ਹੈਗਾ ਉਹ ਆਮ ਤੌਰ ਤੇ 8ਵੇਂ ਮਹੀਨੇ ਦਾ ਇੱਕ ਅੱਧਾ ਸ਼ਬਦ ਬੋਲਣ ਲੱਗ ਜਾਂਦਾ, ਪਰ ਉਸ ਤੋਂ ਬਾਅਦ 10ਵੇਂ 11ਵੇਂ ਮਹੀਨੇ ਤੇ ਬੱਚਾ ਹੱਥ ਪਾ ਕੇ ਖੜਦਾ ਹੋਣਾ ਸ਼ੁਰੂ ਹੋ ਜਾਂਦਾ। ਕਈ ਬੱਚੇ ਤੁਰਨ ਵੀ ਲੱਗ ਪੈਂਦੇ। 1 ਸਾਲ ਤੱਕ ਆਮ ਤੌਰ ਤੇ ਬੱਚੇ ਤੁਰਨ ਲੱਗ ਜਾਂਦੇ ਨੇ। ਤਾਂ ਉਦੋਂ ਕੀ ਹੁੰਦਾ ਹੈ, ਉਦੋਂ ਉਹ ਜੇ ਉਹਦੇ ਘਰ ਦੇ ਵਿੱਚ ਕੋਈ ਵਰਕਿੰਗ ਪਰਸਨ ਹੈ, ਜੇ ਉਹਦੇ ਪਿਤਾ ਜੀ ਵਰਕਿੰਗ ਪਰਸਨ ਨੇ ਜਾਂ ਕੋਈ ਹੋਰ ਬੰਦਾ ਬਾਹਰ ਜਾਂਦਾ ਹੈ, ਤਾਂ ਕੋਸ਼ਿਸ਼ ਕੀ ਹੁੰਦੀ ਬੱਚੇ ਦੀ ਉਹਦੇ ਮਗਰ ਜਾਣ ਦੀ। ਠੀਕ ਹੈ ਜੀ। ਮਗਰ ਜਾਣ ਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਹਰ ਵੇਲੇ ਬੱਚਾ ਆਪਣੇ ਪਾਲਣ ਕਰਤਾ ਦੇ ਨਾਲ ਨਾਲ ਰਹਿਣਾ ਚਾਹੁੰਦਾ ਹੈ। ਉਹਨੂੰ ਵਿਛੜਨ ਦਾ ਡਰ ਹੈ, ਉਹ ਉਹਨਾਂ ਤੋਂ ਅਲੱਗ ਨਹੀਂ ਹੋਣਾ ਚਾਹੁੰਦਾ। ਠੀਕ ਹੈ। ਤੇ ਉਹ ਹਮੇਸ਼ਾ ਚਾਹੁੰਦਾ ਕਿ ਉਹਨਾਂ ਦੇ ਸਾਹਮਣੇ ਹੀ ਰਹਿਣ। ਅਗਰ ਕੋਈ ਬੰਦਾ ਬਾਹਰ ਜਾਂਦਾ ਤਾਂ ਉਹਨੂੰ ਮਗਰ ਭੱਜਣਗੇ, ਰੋਣਗੇ। ਤੁਸੀਂ ਆਮ ਤੌਰ ਤੇ ਦੇਖਿਆ ਹੋਗਾ ਕਈ 3-3 4-4 ਸਾਲ ਦੇ ਬੱਚੇ ਜਿਹੜੇ ਹੈਗੇ ਆ, ਉਦੋਂ ਵੱਡੇ ਵੀ ਕਈ, ਪਰ ਆਮ ਤੌਰ ਤੇ 3-3 4-4 ਸਾਲ ਦੇ ਬੱਚੇ ਜਿਹੜੇ ਮਗਰ ਭੱਜਦੇ ਨੇ, ਰੋਂਦੇ ਨੇ ਕਿ ਉਹ ਆਪਣੇ ਮਾਂ-ਬਾਪ ਨੂੰ ਬਾਹਰ ਜਾਣ ਤੋਂ ਰੋਕਦੇ ਨੇ। ਉਹਨਾਂ ਨੂੰ ਡਰ ਰਹਿੰਦਾ ਹੈ ਕਿ ਹਾਂ ਇਹ ਪਤਾ ਨਹੀਂ ਦੁਬਾਰਾ ਮਿਲਣਗੇ ਕਿ ਨਹੀਂ ਮਿਲਣਗੇ। ਵਿਛੜਨ ਦਾ ਡਰ ਹੁੰਦਾ ਹੈ। ਸੈਪਰੇਸ਼ਨ ਐਂਜ਼ਾਈਟੀ, ਸੈਪਰੇਸ਼ਨ ਐਂਜ਼ਾਈਟੀ, ਵਿਛੜਨੇ ਦਾ ਡਰ। ਕਈ ਵਾਰੀ ਕੀ ਹੁੰਦਾ ਕਿ ਦੇਖੋ ਆਮ ਤੌਰ ਤੇ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਆਪਣੇ ਘਰਾਂ ਦੇ ਵਿੱਚ ਮੰਨ ਲਓ ਕੋਈ ਰਿਸ਼ਤੇਦਾਰ ਜਾਂ ਕੋਈ ਛੋਟਾ ਬੱਚਾ ਆਉਂਦਾ ਹੈ, ਠੀਕ ਹੈ, ਉਹ ਤੁਹਾਡੇ ਬੱਚੇ ਨਾਲ ਕੋਲ ਮਿਲ ਜਾਂਦਾ ਹੈ, ਤੇ ਅਗਰ ਉਹ 2-3 ਦਿਨਾਂ ਬਾਅਦ ਜਦੋਂ ਵਾਪਸ ਜਾਂਦਾ ਹੈ, ਤਾਂ ਜਿਹੜਾ ਤੁਹਾਡੇ ਘਰ ਦਾ ਬੱਚਾ ਹੈ ਉਹ 2-3 ਦਿਨ ਰੋਂਦਾ ਵੀ ਰਹਿ ਸਕਦਾ ਹੈ। ਠੀਕ ਹੈ। ਜਾਂ ਮਾਂ-ਬਾਪ ਦੇ ਵਿੱਚੋਂ ਕੋਈ ਬੰਦਾ ਜਿਹੜਾ ਹੈਗਾ ਬਾਹਰ ਚਲਾ ਜਾਵੇ 2-3 ਦਿਨ ਵਾਸਤੇ, ਤਾਂ ਬੱਚਾ ਜੀ ਨਹੀਂ ਲਾਉਂਦਾ, ਜਿਹਨੂੰ ਆਪਾਂ ਕਹਿ ਦਿੰਦੇ ਆ, ਉਦਾਸ ਰਹਿਣ ਲੱਗ ਜਾਂਦਾ, ਉਪਰਾਮ ਰਹਿਣ ਲੱਗ ਜਾਂਦਾ। ਤਾਂ ਇਹ ਉਹਦੀਆਂ ਫੀਲਿੰਗਸ ਨੇ। ਠੀਕ ਹੈ। ਇਹ ਉਹਦੇ ਵਿਵਹਾਰ ਨੇ ਜਿਹੜੇ ਬੱਚੇ ਦੇ ਵਿੱਚ ਪੈਦਾ ਹੋ ਚੁੱਕੇ ਨੇ। ਚਿੜਚਿੜੇ ਹੋ ਜਾਂਦੇ ਬੱਚੇ ਜਦੋਂ ਉਹਨਾਂ ਦੇ ਮਾਂ-ਬਾਪ ਬੱਚਿਆਂ ਦੇ ਕੋਲੇ ਨਹੀਂ ਹੁੰਦੇ, ਤਾਂ ਬੱਚੇ ਆਮ ਤੌਰ ਤੇ ਚਿੜਚਿੜਾ ਮਹਿਸੂਸ ਕਰਵਾਉਂਦੇ ਨੇ, ਖਾਣਾ ਪੀਣਾ ਘੱਟ ਕਰ ਦਿੰਦੇ ਨੇ, ਠੀਕ ਹੈ, ਬੋਲਣਾ ਘੱਟ ਕਰ ਦਿੰਦੇ ਨੇ। ਤਾਂ ਆਮ ਤੌਰ ਤੇ ਅਜਿਹੇ ਬੱਚੇ ਜ਼ਿਆਦਾ ਰੋਂਦੇ ਰਹਿੰਦੇ ਨੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰਾਂਗੇ, ਆਪਣਾ ਪ੍ਰਸ਼ਨ ਹੈਗਾ ਸੀਗਾ ਇਮੋਸ਼ਨਲ ਐਕਸਪ੍ਰੈਸ਼ਨਸ। ਉਸ ਤੋਂ ਅੱਗੇ उस तो आगे 24वां क्वेश्चन है, शाला पूर्व केंद्र तथा शिशु गृह के कार्यकर्ता का माता पिता से संपर्क बनाए रखना क्यों जरूरी? तुसी आप ही पढ़ना है, मैं तुहानू मोटे तौर पे वैसे नॉर्मल दस देना। कई बार ये पॉइंट्स विच प्रश्न पूछ लेंदे ने कि जिहड़ा 2-3 नंबर का हो सकता है या 4 नंबर का हो सकता, जो तुसी पॉइंट बना के लिख सकते हो। ਇਹਦਾ मतलब की है कि शाला पूर्व केंद्र ਜਿਹੜਾ ਤੁਸੀਂ ਤੁਹਾਡਾ
ਜਿਹੜਾ ਤੁਹਾਡਾ ਆਂਗਣਵਾੜੀ ਸੈਂਟਰ ਹੋਏਗਾ ਉੱਥੇ ਤੁਸੀਂ ਜਿਹੜੇ ਵੀ ਕਾਰਿਆਕਰਤਾ ਹੋ, ਠੀਕ ਹੈ, ਤੁਸੀਂ ਕੇਅਰ ਗਿਵਰ ਹੋ, ਕੇਅਰ ਟੇਕਰ ਹੋ, ਤੁਸੀਂ ਕਾਰਿਆਕਰਤਾ ਹੋ, ਉੱਥੇ ਤੁਸੀਂ ਬੱਚੇ ਦੇ ਮਾਤਾ ਪਿਤਾ ਨਾਲ ਸੰਬੰਧ ਕਿਉਂ ਬਣਾਓਗੇ, ਕਿਉਂ ਉਹਨਾਂ ਨਾਲ ਇੰਟਰੈਕਸ਼ਨ ਰੱਖੋਗੇ, ਉਹ ਕਾਹਦੇ ਵਾਸਤੇ ਜ਼ਰੂਰੀ ਨੇ? ਉਹ ਜ਼ਰੂਰੀ ਨੇ ਕਿ ਬੱਚੇ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਰਿਹਾ, ਜੋ ਤੁਸੀਂ ਬੱਚੇ ਨੂੰ ਕਰਵਾ ਰਹੇ ਹੋ ਕਿ ਬੱਚਾ ਉਹਦੀ ਫੀਡਬੈਕ ਸਹੀ ਤਰ੍ਹਾਂ ਘਰੇ ਦੇ ਰਿਹਾ, ਜਾਂ ਘਰ ਦੇ ਵਿੱਚ ਉਹਦਾ ਮਾਹੌਲ ਕੀ ਹੈ, ਉਸਦੇ ਮਾਤਾ ਪਿਤਾ ਕੀ ਕੰਮ ਕਰਦੇ ਨੇ, ਉਹਨੂੰ ਬੱਚੇ ਨੂੰ ਘਰੇ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਜੋ ਖੁਰਾਕ ਬੱਚੇ ਨੂੰ ਭੇਜੀ ਜਾ ਰਹੀ ਹੈ ਉਹਨੂੰ ਸਹੀ ਮਿਲ ਰਹੀ ਕਿ ਨਹੀਂ ਮਿਲ ਰਹੀ, ਉਹਦਾ ਟੀਕਾਕਰਨ ਸਹੀ ਤਰੀਕੇ ਨਾਲ ਹੋਇਆ ਕਿ ਨਹੀਂ, ਉਹਦੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਪ੍ਰੋਬਲਮ ਤਾਂ ਨਹੀਂ, ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੋਈ ਹੈਰੀਡਿਟਰੀ ਪ੍ਰੋਬਲਮ ਤਾਂ ਨਹੀਂ ਬੱਚੇ ਦੇ ਵਿੱਚ ਆ ਰਹੀ, ਫਿਜ਼ੀਕਲੀ ਕੋਈ ਬਿਮਾਰੀ ਤਾਂ ਨਹੀਂ ਆ ਰਹੀ। ਇਹ ਸਾਰਾ ਜਿਹੜਾ ਡੇਟਾ ਹੈਗਾ ਤੁਹਾਨੂੰ ਕਿੱਥੋਂ ਮਿਲੇਗਾ? ਜੇ ਤੁਸੀਂ ਮਾਤਾ ਪਿਤਾ ਦੇ ਨਾਲ ਟੱਚ ਦੇ ਵਿੱਚ ਹੈਗੇ ਹੋ, ਠੀਕ ਹੈ। ਤੈਨੂੰ ਤੁਸੀਂ ਆਮ ਨਾਰਮਲ ਕੁਐਸਚਨ ਬਣਾ ਕੇ ਲਿਖ ਸਕਦੇ ਹੋ। ਅਸੀਂ ਇਸ ਚੈਪਟਰ 'ਚ ਆਪਾਂ ਇੰਨੇ ਕਰਨੇ ਸੀ, ਜਿਹੜੇ 2 ਪ੍ਰੈਸ਼ਰ ਰਹਿੰਦੇ ਹੈਗੇ ਉਹ ਵੱਖਰੇ ਤੁਹਾਨੂੰ ਕਰਾਉਣੇ ਆ, ਉਹ ਤੁਹਾਡਾ ਅਲੱਗ ਇੱਕ ਲੈਕਚਰ ਹੋਏਗਾ। ਥੋੜਾ ਜਿਹਾ ਮੈਨੂੰ ਪ੍ਰਪੇਅਰ ਕਰਕੇ ਕੁਐਸਚਨ ਚੰਗੀ ਤਰ੍ਹਾਂ ਕਰਵਾਉਂਗਾ ਤੁਹਾਨੂੰ, ਤਾਂ ਕਿ ਉਹ 'ਚ ਦੁਬਾਰਾ ਦਿੱਕਤ ਨਾ ਆਵੇ, ਠੀਕ ਹੈ। ਕਰਵਾਉਣ ਵਾਸਤੇ ਮੈਂ ਹੁਣ ਵੀ ਕਰਵਾ ਸਕਦਾ, ਪਰ ਮੈਨੂੰ ਇਹ ਹੈ ਕਿ ਕਿਉਂਕਿ ਇਹ ਕੰਸੈਪਟ ਜਿਹੜਾ ਹੈਗਾ ਤੁਹਾਡਾ ਬੇਸਿਕ ਕੰਸੈਪਟ ਹੈ, ਭਾਵੇਂ ਤੁਸੀਂ ETT ਕੀਤੀ, DEC ਕੀਤੀ ਆ, ਜਾਂ ਕੋਈ ਵੀ ਕੀਤਾ ਆ, ਉਹਦੇ 'ਚ ਆਪਣੇ ਲਈ ਪਿਆਜੇ ਦੀ ਥਿਊਰੀ ਜਿਹੜੀ ਹੈਗੀ ਆ ਉਹ ਬਹੁਤ ਮਹੱਤਵਪੂਰਨ ਹੁੰਦੀ ਆ। ਬਹੁਤ ਵਾਰੀ ਆਪਾਂ ਪੜ੍ਹਿਆ ਵੀ ਹੋਏਗਾ, ਤੁਸੀਂ ਨਾਮ ਵੀ ਸੁਣਿਆ ਹੋਵੇਗਾ, ਸਿੱਖਿਆ ਵੀ ਹੋਏਗਾ, ਪਰ ਆਪਾਂ ਕੋਸ਼ਿਸ਼ ਕਰਾਂਗੇ ਚੰਗੀ ਤਰ੍ਹਾਂ ਕਰਨ ਦੀ, ਤਾਂ ਕਿ ਆਪਾਂ ਨੂੰ ਦੁਬਾਰਾ ਦਿੱਕਤ ਨਾ ਆਵੇ। ਇਹ ਆਪਣਾ ਚੈਪਟਰ ਪੂਰਾ ਹੋ ਚੁੱਕਾ ਜੀ। ਹੁਣ ਆਪਾਂ ਤੀਸਰਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਬਾल विकास 13 से 36 माह के दौरान, द चाइल्ड डेवलपमेंट ड्यूरिंग टॉडलरहुड, ठीक है। ਜੇ ਤੁਹਾਡੇ ਕੋਲ ਕਾਪੀ ਪੈਨ ਹੈਗਾ ਜਾਂ ਕੋਈ ਵੀ ਨੋਟਬੁੱਕ ਹੈਗੀ ਉੱਥੇ ਨੋਟ ਕਰੋ, ਜਿਹੜਾ 0 ਤੋਂ ਲੈ ਕੇ 1 ਮਹੀਨੇ ਤੱਕ ਦਾ ਬੱਚਾ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਬੋਲੋ, ਆਪਣੇ ਆਪਣੇ ਕੋਲੇ ਬੋਲੋ। 0 ਤੋਂ ਲੈ ਕੇ 1 ਮਹੀਨੇ ਜਿਹੜਾ ਬੱਚਾ ਹੁੰਦਾ ਉਹਨੂੰ ਆਪਾਂ ਹਿੰਦੀ ਦੇ ਵਿੱਚ ਕੀ ਕਹਿੰਦੇ ਆ? ਨਵਜਾਤ। ਇੰਗਲਿਸ਼ 'ਚ ਕੀ ਕਹਿੰਦੇ ਆ? ਨਿਊਨੇਟ। ਸ਼ਾਬਾਸ਼, ਠੀਕ ਹੈ। ਹੁਣ ਆਪਣੇ ਕੋਲੇ ਆ ਗਿਆ 1 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਦਾ ਬੱਚਾ, ਇਹਨੂੰ ਆਪਾਂ ਸ਼ਿਸ਼ੂ ਕਹਿ ਦਿੰਦੇ ਆ, ਠੀਕ ਹੈ ਜੀ। ਇਨਫੈਂਟ, ਸ਼ਿਸ਼ੂ ਕਾਲ ਆ ਜਾਂਦਾ, ਇਨਫੈਂਸੀ। ਹੁਣ 12 ਮਹੀਨੇ 13 ਮਹੀਨੇ ਤੋਂ ਲੈ ਕੇ 3 ਸਾਲ ਤੱਕ, 36 ਮਹੀਨੇ ਤੱਕ, 13 ਮਹੀਨਿਆਂ ਤੋਂ ਲੈ ਕੇ 36 ਮਹੀਨੇ ਤੱਕ, ਮਤਲਬ 3 ਸਾਲ ਤੱਕ, ਇਹਨੂੰ ਆਪਾਂ ਕਹਿੰਦੇ ਆ ਟੌਡਲਰ, ਟੌਡਲਰਹੁਡ, ਠੀਕ ਹੈ ਜੀ। ਇੰਗਲਿਸ਼ ਕਿਤੇ ਤੈਨੂੰ ਪ੍ਰਸ਼ਨ ਵੀ ਇਸ ਤਰ੍ਹਾਂ ਹੋ ਸਕਦਾ, ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਕਿਸ ਆਯੂ ਦੇ ਬੱਚੇ ਦੀ ਗੱਲ ਕਰਦੇ ਪਏ ਆ। ਦੇਖੋ ਉਹਨਾਂ ਦੀਆਂ ਮਤਲਬ ਖੁਰਾਕ ਵੀ ਉਹੀ, ਚੀਜ਼ਾਂ ਸਾਰੀਆਂ ਹੀ ਉਹੀ ਰਹਿਣੀਆਂ ਨੇ, ਕੰਸੈਪਟ ਸਾਰੇ ਹੀ ਉਹੀ ਰਹਿਣੇ ਨੇ, ਸਿਰਫ ਇਹ ਹੈਗਾ ਕਿ ਉਹਨਾਂ ਦੀਆਂ ਐਕਟੀਵਿਟੀਜ਼ ਬਦਲ ਜਾਂਦੀਆਂ ਨੇ ਏਜ ਗਰੁੱਪ ਦੇ ਹਿਸਾਬ ਦੇ ਨਾਲ। ਤਾਂ ਹੁਣ ਇੱਥੇ ਆਪਾਂ ਗੱਲ ਕਰ ਰਹੇ ਹਾਂ ਟੌਡਲਰਹੁਡ ਦੀ। ਇਹਨੂੰ ਬਚਪਨ ਵੀ ਕਹਿ ਦਿੰਦੇ ਆ, ਪੂਰਵ ਬਚਪਨ ਕਾਲ ਵੀ ਕਹਿ ਦਿੰਦੇ ਆ, ਪੂਰਵ ਬਚਪਨ, ਪੂਰਵ ਬਚਪਨ, ਪ੍ਰੀ ਚਾਈਲਡਹੁੱਡ। ਹੁਣ ਇੱਥੇ ਆਪਾਂ ਇੱਕ ਪ੍ਰਸ਼ਨ ਕਰਨਾ ਹੈ ਇਹਦੇ ਵਿੱਚ, तीसरा प्रश्न करना, 13 से 36 माह की अवधि में बच्चे में विकसित होने वाले सूक्ष्म क्रियात्मक कौशल, इंग्लिश लिख लो, फाइन मोटर स्किल्स। एक साल तो लैके 3 साल तक के बच्चे दे विच किहड़ियां सूक्ष्म क्रियात्मक कौशलों का विकास हो जाता, फाइन मोटर स्किल्स पैदा हो जांदियां ने, उन्हां बारे पहला तो इत्थे ये चीज़ कंसैप्ट क्लीयर करोगे, फाइन मोटर स्किल्स की होंदियां। जे तुसीं पढ़े हो तुहानूं शायद पता भी होवे इस चीज़ बारे, वैसे मैं तुहानूं दस्सिया भी सी थोड़ा बहुता। 2 तरह दी स्किल्स होंदियां ने, फाइन मोटर स्किल्स ते ग्रॉस मोटर स्किल्स, फाइन ते ग्रॉस।
ਮੋਟਰ ਸ਼ਬਦ ਵਾਰ-ਵਾਰ ਆ ਰਿਹਾ। ਮੋਟਰ ਦਾ ਮਤਲਬ ਤੁਸੀਂ ਇਹ ਸਮਝਣਾ ਕਿਰਿਆ, क्रियात्मक एक्टिविटी, हिलना जुलना, ठीक है, वो इत्थे मोटर शब्द है। स्किल्स आ गई होंदियां जिहड़ियां होंदियां कौशल ने जो उन्हें सिक्ख्या, एबिलिटीज आ गई होंदियां। फाइन दे विच की आ जांदा, पहला आपां ग्रॉस दी गल करदे हां। ग्रॉस मोटर स्किल्स की हुंदियां ने, ग्रॉस नूं हिंदी दे विच कहंदे स्थूल, स्थूल क्रियात्मक कौशल, ठीक है। ग्रॉस मोटर स्किल्स ਇਹਦੇ ਵਿੱਚ ਕੀ ਆ ਜਾਂਦਾ, ਇਹਦੇ ਵਿੱਚ ਆ ਜਾਂਦਾ ਕਿ ਜਿਹੜੀਆਂ ਸਾਡੀਆਂ ਵੱਡੀਆਂ ਹੱਡੀਆਂ ਨੇ, ਵੱਡੀਆਂ ਮਾਸਪੇਸ਼ੀਆਂ ਨੇ, ਵੱਡੀਆਂ ਮਾਸਪੇਸ਼ੀਆਂ ਦੇ ਵਿੱਚ ਕੀ ਆ ਗਿਆ, ਜਿਵੇਂ ਸਾਡੀਆਂ ਬਾਹਾਂ, ਸਾਡੀਆਂ ਲੱਤਾਂ, ਸਾਡੇ ਗੋਡੇ, ਗੋਡਿਆਂ ਦੇ ਥੱਲੇ ਵਾਲੀਆਂ ਲੱਤਾਂ, ਪੈਰ ਸਾਡੇ, ਇਹ ਸਾਡੀਆਂ ਵੱਡੀਆਂ ਮਾਸਪੇਸ਼ੀਆਂ, ਸਾਡੇ ਮੋਢੇ ਹੋ ਗਏ, ਇਹ ਸਾਡੀਆਂ ਵੱਡੀਆਂ ਮਾਸਪੇਸ਼ੀਆਂ ਹੋ ਗਈਆਂ। ਇਹਨਾਂ ਦੇ ਵਿੱਚ ਜਿਹੜੇ ਕੌਸ਼ਲ ਪੈਦਾ ਹੁੰਦੇ ਬੱਚੇ ਦੇ, ਮਤਲਬ ਇਹਨਾਂ ਦੇ ਨਾਲ ਸੰਬੰਧਿਤ ਐਕਟੀਵਿਟੀਜ਼ ਕਰਵਾਉਣੀਆਂ, ਜਿਵੇਂ ਆਪਾਂ ਦੌੜ ਭੱਜ ਕਰਵਾਉਣੇ ਆ, ਉਚਾਈ ਤੋਂ ਕੁੱਦਣਾ ਜਾਂ ਰੱਸੀ ਤੋਂ ਕੁੱਦਣਾ, ਜਾਂ ਬਾਹਾਂ ਘੁਮਾ ਕੇ ਕੋਈ ਐਕਟੀਵਿਟੀ ਕਰਨੀ, ਦੌੜਨਾ, ਟੇਢਾ ਮੇਢਾ ਦੌੜਨਾ, ਜ਼ਿਗਜ਼ੈਗ ਕਰਵਾਉਣਾ, ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ, ਗੇਂਦ ਨਾਲ ਖੇਡਣਾ, ਠੀਕ ਹੈ, ਪੈਰਾਂ ਨਾਲ, ਮਤਲਬ ਫੁੱਟਬਾਲ ਖੇਡਣਾ ਜਾਂ ਬੈਟ ਬਾਲ ਖੇਡਣਾ, ਇਹ ਸਾਰੀਆਂ ਐਕਟੀਵਿਟੀਜ਼ ਕਿਹਨਾਂ ਨਾਲ ਸੰਬੰਧਿਤ ਹੈਗੀਆਂ ਨੇ, ਇਹ ਹੈਗੀਆਂ ਗ੍ਰੋਸ ਮੋਟਰ ਸਕਿੱਲਸ ਨਾਲ ਸੰਬੰਧਿਤ ਐਕਟੀਵਿਟੀਜ਼ ਨੇ, ਠੀਕ ਹੈ, ਜਿਨ੍ਹਾਂ 'ਚ ਸਾਡੀਆਂ ਵੱਡੀਆਂ ਮਾਸਪੇਸ਼ੀਆਂ ਐਕਟਿਵ ਹੁੰਦੀਆਂ ਨੇ ਬੱਚੇ ਦੀਆਂ। ਤੇ ਫਾਈਨ ਮੋਟਰ ਸਕਿੱਲਸ ਦੇ ਵਿੱਚ ਕੀ ਆ ਜਾਂਦਾ, ਫਾਈਨ ਮੋਟਰ ਸਕਿੱਲਸ ਦੇ ਵਿੱਚ ਆ ਜਾਂਦਾ ਜਿਹੜੀਆਂ ਸੂਖਸ਼ਮ ਮਾਸਪੇਸ਼ੀਆਂ ਨੇ, ਛੋਟੀਆਂ ਮਾਸਪੇਸ਼ੀਆਂ ਨੇ, ਉਹਨਾਂ ਦੇ ਵਿਕਾਸ ਵਾਸਤੇ ਜਦੋਂ ਐਕਟੀਵਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਫਾਈਨ ਮੋਟਰ ਸਕਿੱਲਸ। ਇਹਨਾਂ ਵਿੱਚ ਕੀ ਆ ਜਾਂਦਾ ਵੀ ਬੱਚਾ ਆਪਣੀਆਂ ਉਂਗਲਾਂ ਨਾਲ ਕੋਈ ਚੀਜ਼ ਪਕੜਨੀ ਸਿੱਖੇ, ਠੀਕ ਹੈ। ਪਹਿਲਾਂ ਬੱਚਾ, ਜਿਵੇਂ ਤੁਹਾਨੂੰ ਉਦੋਂ ਦੱਸਿਆ ਸੀ, ਪਹਿਲਾਂ ਬੱਚਾ ਹਰੇਕ ਚੀਜ਼ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ, ਬੁੱਕਲ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਦੋਵਾਂ ਬਾਹਾਂ ਦੇ ਨਾਲ, ਫਿਰ ਉਸ ਤੋਂ ਬਾਅਦ ਹੱਥਾਂ ਨਾਲ ਚੀਜ਼ ਪਕੜਦਾ, ਫਿਰ ਉਸ ਤੋਂ ਬਾਅਦ ਜਾ ਕੇ ਉਂਗਲਾਂ ਨਾਲ ਚੀਜ਼ ਪਕੜਨੀ ਸ਼ੁਰੂ ਕਰਦਾ ਹੈ, ਠੀਕ ਹੈ। ਤਾਂ ਫਾਈਨ ਮੋਟਰ ਸਕਿੱਲ ਦੇ ਵਿੱਚ ਜਦੋਂ ਬੱਚਾ ਛੋਟੀਆਂ ਮਾਸਪੇਸ਼ੀਆਂ ਦੀ ਐਕਟੀਵਿਟੀਜ਼ ਕਰਦਾ, ਉਹਨੂੰ ਕਹਿੰਦੇ ਫਾਈਨ ਮੋਟਰ ਸਕਿੱਲਸ। ਤਾਂ ਹੁਣ ਆਪਾਂ ਇੱਥੇ ਪੜਾਂਗੇ ਕਿ 1 ਸਾਲ ਦੇ ਬੱਚੇ ਤੋਂ ਲੈ ਕੇ 3 ਸਾਲ ਦੇ ਬੱਚੇ ਦੇ ਕਿਹੜੀਆਂ ਚੀਜ਼ਾਂ ਆ ਜਾਂਦੀਆਂ। ਉਹ 'ਚ ਪਹਿਲੀ ਚੀਜ਼ ਤਾਂ ਆ ਗਈ ਪਕੜਨਾ, ਠੀਕ ਹੈ, ਕੈਚ ਕਰਨਾ, ਕੈਚਿੰਗ। ਕਿਹੜੀ ਚੀਜ਼ ਨੂੰ ਕੈਚ ਕਰ ਲੈਂਦਾ, ਉਹਦੇ ਆਪਾਂ ਕੋਈ ਛੋਟੇ ਖਿਡੌਣੇ ਦਿੰਦੇ ਆ, ਛੋਟੀ ਗੇਂਦ ਦਿੰਦੇ ਆ, ਜਾਂ ਕੋਈ ਵੀ ਹੋਰ ਖਿਡੌਣੇ ਦਿੰਦੇ ਜਿਨ੍ਹਾਂ ਨੂੰ ਆਪਣੀਆਂ ਉਂਗਲਾਂ ਨਾਲ ਪਕੜਨਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਆਪਣੇ ਅੰਗੂਠੇ ਤੇ ਦੂਸਰੀ ਜਿਹੜੀ ਉਂਗਲੀ, ਜਿਹਨੂੰ ਕਨਿਸ਼ਟ ਉਂਗਲੀ ਇੱਥੇ ਲਿਖਿਆ ਆ, ਇੰਡੈਕਸ ਫਿੰਗਰ ਹੁੰਦੀ ਆ, ਇਹਨਾਂ ਦੋਨਾਂ ਦੇ ਨਾਲ ਕੋਈ ਚੀਜ਼ ਨੂੰ ਪਕੜ ਸਕੇ, ਠੀਕ ਹੈ। ਬਟਨ ਬੰਦ ਕਰਨਾ, ਜਾਂ ਖਾਣਾ ਖਾਣੇ ਕੇ ਲਈ, ਜਾਂ ਪੈਨਸਲ ਨੂੰ ਪਕੜਨਾ। ਤਾਂ ਇਹ ਚੀਜ਼ਾਂ, ਇਹ ਐਕਟੀਵਿਟੀਜ਼ ਆ ਜਾਂਦੀਆਂ ਨੇ 1 ਸਾਲ ਤੋਂ ਲੈ ਕੇ 3 ਸਾਲ ਦੇ ਬੱਚੇ ਤੱਕ। ਦੂਸਰਾ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਸਕ੍ਰਿਬਲਿੰਗ, ਠੀਕ ਹੈ। ਤੁਸੀਂ ਇਹਨੂੰ ਪੜ੍ਹਨਾ ਵੀ। ਸਕ੍ਰਿਬਲਿੰਗ ਦਾ ਮਤਲਬ ਕੀ ਹੁੰਦਾ ਕਿ ਜਦੋਂ ਬੱਚੇ ਨੂੰ, ਅਸੀਂ ਛੋਟੇ ਬੱਚੇ ਨੂੰ ਅਸੀਂ ਪੈਨਸਲ ਫੜਾਉਂਦੇ ਹਾਂ, ਤਾਂ ਉਹ ਕੀ ਕਰਦਾ ਹੈ, ਉਹ ਗੋਲਾਕਾਰ ਦੇ ਵਿੱਚ ਆੜੀਆਂ ਤਿਰਛੀਆਂ ਲਾਈਨਾਂ ਜਿਹੜੀਆਂ ਹੈਗੀਆਂ ਲਗਾਉਣੀਆਂ ਸ਼ੁਰੂ ਕਰ ਦਿੰਦਾ ਹੈ। ਇਹ ਉਹਦੀ ਲੇਖਣ ਸ਼ਕਤੀ ਦਾ ਬੇਸਿਕ ਹੁੰਦਾ ਹੈ। ਬੱਚੇ ਨੇ ਅੱਗੇ ਜਾ ਕੇ ਕੀ ਕਰਨਾ, ਬੱਚੇ ਨੇ ਅੱਗੇ ਜਾ ਕੇ ਲਿਖਣਾ ਹੈ। ਲਿਖਾਈ ਜਿਹੜੀ ਉਹਦੀ ਸਭ ਤੋਂ ਪਹਿਲੀ ਲਿਖਾਈ ਹੈ, ਜਿਹੜੇ ਉਹ ਟੇਢੀਆਂ ਮੇਢੀਆਂ ਲਾਈਨਾਂ ਲਗਾਉਂਦਾ, ਗੋਲ ਚਕੌਰ ਲਾਈਨਾਂ ਲਗਾ ਦਿੰਦਾ ਹੈ, ਠੀਕ ਹੈ। ਚਾਹੇ ਉਹ ਕੰਧ ਤੇ, ਜਾਂ ਉਹਨੂੰ ਦੇਖੋ ਇੱਕ ਚੀਜ਼ ਬੱਚਾ ਕੀ ਕਰਦਾ, ਉਹਨੂੰ ਆਪਾਂ ਕਾਗਜ਼ ਦਿੱਤਾ,